ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜਨਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਨਡਉਤ ਵੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੁ ਪ੍ਰਭੂ ਨਾਨਕ ਦੇ ਕਰਮਤ। ਡੋਲਣ ਤੇ ਰਾਖੁ ਪ੍ਰਭੂ ਨਾਨਕ ਦੇ ਕਰਮਤ। ਜੁਗੋ ਜੁਗ ਟਲ ਬਾਲੀ ਰੋ ਜਹਾਨ ਜਗਤ ਗੁਰੂ ਦਸਮ ਪਾਤਸ਼ਾਹਾਂ ਕੀ ਆਤਮਕ ਜੋਤ ਸਰੂਪਾ। ਬਾਣੀ ਕੇ ਬੋਇਤ ਕਲਯੁਗ ਕੇ ਅਵਤਾਰ ਗੁਰਤਾ ਗੱਦੀ ਤੇ ਵਿਰਾਜਮਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਕੀ ਗੋਦ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ। ਕਰੋ ਰਸਨਾ ਨੂੰ ਪਵਿੱਤਰ ਗਜ ਵਜ ਕੇ ਫਤਿਹ ਪ੍ਰਵਾਨ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਰਬੱਤ ਸੰਗਤਾਂ ਬੜੇ ਤੰਤਾ ਦੇ ਯੋਗ ਹੋ ਜੋ ਪਿਛਲੇ ਲੰਮੇ ਸਮੇਂ ਤੋਂ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੇ ਹੋਏ ਹੋ। ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਸੇਵਾ ਕਰਦੇ ਹੋ, ਸਤ ਸੰਗਤ ਕਰਦੇ ਹੋ। ਬਿਨ ਭਾਗਾ ਸਤ ਸੰਗਤ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਉ ਦੇ। ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਉੱਠ ਕਰਕੇ ਨਾਮ ਜਪ ਕਰਕੇ ਆਪਣੇ ਮੂਲਕ ਸਵਾਸਾਂ ਤੇ ਮੂਲਕ ਜੀਵਨ ਨੂੰ ਸਫਲਾ ਬਣਾਵੇ। ਸੋ ਆਓ ਕਰੋ ਮਨ ਬਿਰਤੀਆਂ ਇਕਾਗਰ ਤਾਂ ਜੋ ਗੁਰਬਾਣੀ ਦੀ ਸੋਚੀ ਆਵੇ, ਭਜਨ ਬੰਦਗੀ ਦੀ ਸੋਚੀ ਆਵੇ। ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ। ਇਹ ਭਾਈ ਸੱਚੇ ਸਤਿਗੁਰਾਂ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਰਾਮਦਾਸ ਜੀ ਨੇ ਬਾਲ ਹਰਗੋਬਿੰਦ ਦੇ ਤਾਈਂ ਭੇਜਿਆ ਦੇਣਾ ਕੀਤਾ। ਇਹ ਚਿਰ ਜੀਵਨ ਭਾਵ ਚਿਰੰਜੀਵੀ ਹੋਣਗੇ ਅਤੇ ਗੁਰਤਾ ਗੱਦੀ ਦੇ ਸੰਜੋਗ ਦੇ ਸਮੇਤ ਪੈਦਾ ਹੋਏ ਹਨ। ਬਾਬਾ ਬੁੱਢਾ ਜੀ ਦੇ ਵਰਦਾਨ ਸੰਜੋਗ ਦੁਆਰਾ ਚਿਰ ਜਿਉਣਾ ਪੁੱਤਰ ਪੈਦਾ ਹੋਇਆ। ਉਦਰੈ ਮਾਏ ਆਇਆ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜਦੋਂ ਹੀ ਇਸਨੇ ਗੰਗਾ ਜੀ ਦੇ ਉਦਰ ਵਿੱਚ ਆ ਕੇ ਵਾਸਾ ਕੀਤਾ, ਤਦੋਂ ਤੋਂ ਹੀ ਇਸ ਦੀ ਮਾਂ ਦੇ ਹਿਰਦੇ ਵਿੱਚ ਅਤਿਅੰਤ ਖੇੜਾ ਹੈ, ਖੁਸ਼ੀਆਂ ਹਨ। ਜਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰ। ਅੱਜ ਸਾਡੇ ਘਰ ਉਹ ਪੁੱਤਰ ਜੰਮਿਆ ਪੈਦਾ ਹੋਇਆ ਹੈ ਜੋ ਪਰਮੇਸ਼ਰ ਦਾ ਸੇਵਕ ਹੈ। ਇਹ ਧੁਰੋਂ ਅਕਾਲ ਪੁਰਖ ਦਾ ਲਿਖਿਆ ਹੋਇਆ ਲੇਖ ਅੱਜ ਸਾਰਿਆਂ ਵਿੱਚ ਉਜਾਗਰ ਹੋ ਗਿਆ ਹੈ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਦੀਆ। ਪਰਮੇਸ਼ਰ ਦੇ ਹੁਕਮ ਅਨੁਸਾਰ 10 ਮਹੀਨਿਆਂ ਵਿੱਚ ਬਾਲ ਹਰਗੋਬਿੰਦ ਨੇ ਜਨਮ ਲੈਣਾ ਕੀਤਾ ਹੈ। ਜੋ ਪਿਰਤੀਏ ਆਦਿ ਕਹੇ ਹੋਏ ਬੋਲਾ ਕਰਕੇ ਪੁੱਤਰ ਨਾ ਹੋਣ ਦਾ ਗਮ ਸੀ, ਉਹ ਮਿਟ ਗਿਆ ਅਤੇ ਬਹੁਤ ਭਾਰੀ ਚਾਉ ਉਤਸ਼ਾਹ ਹੋ ਗਿਆ। ਗੁਰਬਾਣੀ ਸਕੀ ਆਨੰਦ ਗਾਵੇ, ਸਾਚੇ ਸਾਹਿਬ ਕੈ ਮਨ ਭਾਵੈ। ਸਾਰੇ ਪਰਿਵਾਰ ਦੀਆਂ ਸਹੇਲੀਆਂ ਭਾਵ ਸਿੱਖ ਸਿੱਖਣੀਆਂ
ਸ੍ਰੀ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੀ ਹੋਈ ਆਨੰਦ ਸਾਹਿਬ ਨਾਮੇ ਗੁਰਬਾਣੀ ਨੂੰ ਗਾਇਨ ਕਰ ਰਹੀਆਂ ਹਾਂ। ਇਸ ਬਾਣੀ ਦਾ ਕੀਰਤਨ ਕਰਨਾ ਸੱਚੇ ਮਾਲਕ ਸ੍ਰੀ ਗੁਰੂ ਅਮਰਦਾਸ ਜੀ ਦੇ ਹਿਰਦੇ ਨੂੰ ਪਾਉਂਦਾ ਹੈ। ਬਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ। ਇਸ ਪ੍ਰਕਾਰ ਸੋਢ ਵੰਸ਼ ਦੀ ਵੇਲ ਵੱਧ ਗਈ ਅਤੇ ਗੁਰਤਾ ਗੱਦੀ ਦੀ ਪੀੜੀ ਬਹੁਤ ਚੱਲ ਪਈ। ਧਰਮ ਦੀ ਸ਼ਕਤੀ ਪਰਮੇਸ਼ਰ ਨੇ ਆਪ ਇਸ ਬਾਲਕ ਵਿੱਚ ਬੰਨ ਕੇ ਇਸਤਤ ਕਰ ਦਿੱਤੀ ਹੈ। ਮਨ ਚਿੰਦਿਆ ਸਤਿਗੁਰੂ ਦਿਵਾਇਆ ਭਏ ਅਚਿੰਤ ਏਕ ਲਿਵ ਲਾਇਆ। ਜੋ ਸਾਡੇ ਚਿੱਤ ਦੀ ਚਿਤਵਨੀ ਵਿੱਚ ਸੀ ਉਹ ਸੱਚੇ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਵਰਦਾਨ ਦਿਵਾ ਕੇ ਪੂਰੀ ਕਰ ਦਿੱਤੀ ਹੈ। ਅਸੀਂ ਇੱਕ ਪਰਮੇਸ਼ਰ ਵਿੱਚ ਬਿਰਤੀ ਲਾਉਣ ਕਰਕੇ ਸਾਰੀਆਂ ਚਿੰਤਾਵਾਂ ਤੋਂ ਰਹਿਤ ਹੋ ਗਏ ਹਾਂ। ਜੋ ਬਾਲਕ ਪਿਤਾ ਉੱਪਰ ਕਰੇ ਬੂਮਾਨ ਉਲਾਇਆ ਬੋਲੇ ਗੁਰ ਕੈ ਭਾਣ। ਜਿਵੇਂ ਬੱਚਾ ਆਪਣੇ ਪਿਤਾ ਉੱਪਰ ਬਹੁਤ ਮਾਣ ਕਰਦਾ ਹੈ, ਤਿਉਂ ਮੈਂ ਆਪਣੇ ਪਿਤਾ ਸਤਿਗੁਰੂ ਉੱਪਰ ਬਹੁਤ ਮਾਣ ਕਰਦਾ ਹਾਂ। ਗੁਰੂ ਜੀ ਦੇ ਭਾਣੇ ਵਿੱਚ ਬੁਲਾਇਆ ਹੋਇਆ ਬਚਨ ਬੋਲਦਾ ਹਾਂ। ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਟਾ ਇੰਨੀ ਦਾਤ। ਇਹ ਬਾਤ ਇਹ ਗੱਲ ਕਿਸੇ ਤਰ੍ਹਾਂ ਗੁੱਜੀ ਛੰਨੀ ਭਾਵ ਲੁਕੀ ਛਿਪੀ ਹੋਈ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪ ਪ੍ਰਸੰਨ ਹੋ ਕੇ ਬਖਸ਼ਿਸ਼ ਕੀਤੀ ਹੈ। ਇਸ ਸ਼ਬਦ ਦਾ ਦੂਜਾ ਅਰਥ ਇਸ ਤਰ੍ਹਾਂ ਹੈ। ਸਤਿਗੁਰ ਸਾਚੈ ਦੀਆ ਪੇਜਾ ਚਿਰ ਜੀਵਨ ਉਪਜਿਆ ਸੰਜੋਗ। ਸੱਚੇ ਅਕਾਲ ਪੁਰਖ ਨੇ ਜਗਿਆਸੂ ਦੇ ਤਾਈਂ ਸਤਿਗੁਰਾਂ ਦੇ ਪਾਸ ਭੇਜ ਦੇਣਾ ਕੀਤਾ। ਚਿਰੰਜੀਵੀ ਪਰਮੇਸ਼ਰ ਦੀ ਪ੍ਰਾਪਤੀ ਦਾ ਜੋ ਗਿਆਨ ਦਾ ਸੰਜੋਗ ਹੈ ਉਹ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜਗਿਆਸੂ ਦੇ ਹਿਰਦੇ ਵਿੱਚ ਪੈਦਾ ਹੋ ਗਿਆ ਹੈ। ਉਦਰੈ ਮਾਇ ਆਇਆ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ। ਉਦਰੈ ਮਾਹੇ ਆਏ ਕੀਆ ਨਿਵਾਸ। ਜਗਿਆਸੂ ਦੇ ਉਦਰ ਭਾਵ ਹਿਰਦੇ ਵਿੱਚ ਬ੍ਰਹਮ ਗਿਆਨ ਨੇ ਆ ਕੇ ਵਸਣਾ ਕੀਤਾ ਹੈ। ਤਦ ਤੋਂ ਮਾਤਾ ਸੁਮਤੀ ਦੇ ਮਨ ਵਿੱਚ ਬਹੁਤ ਖੇੜਾ ਹੋਇਆ ਹੈ। ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਾਮੈ ਲਿਖਿਆ ਤੁਰਕਾ। ਪਰਮੇਸ਼ਰ ਦਾ ਸੇਵਕ ਜੋ ਜਗਿਆਸੂ ਹੈ ਉਸ ਦੇ ਹਿਰਦੇ ਅੰਦਰ ਗਿਆਨ ਰੂਪ ਪੁੱਤਰ ਜੰਮ ਪੈਦਾ ਹੋ ਗਿਆ ਹੈ। ਇਹ ਵੇਦਾਂ ਸ਼ਾਸਤਰਾਂ ਨੇ ਲਿਖਿਆ ਹੈ ਕਿ ਆਦਿ ਤੋਂ ਹੀ ਜੋ ਜਗਿਆਸੂ ਬੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ ਆਦਿ ਸਾਰੇ ਸਾਧਨਾਂ ਦੇ ਸੰਯੁਕਤ ਗੁਰੂ ਦੀ ਸ਼ਰਨ ਵਿੱਚ ਪਿਆ ਹੈ ਉਸ ਦੇ ਅੰਦਰ ਅਪਰੋਖ ਗਿਆਨ ਪ੍ਰਗਟ ਹੋ ਜਾਂਦਾ ਹੈ। ਜਿਸ ਦੇ ਮੱਥੇ ਉੱਪਰ ਧੁਰੋਂ ਹੀ ਸ੍ਰੇਸ਼ਟ ਲੇਖ ਲਿਖਿਆ ਹੋਇਆ ਸੀ ਉਸ ਦੇ ਅੰਦਰ ਹੀ ਪਰਮੇਸ਼ਰ ਦਾ ਗਿਆਨ ਪ੍ਰਗਟ ਹੁੰਦਾ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਾਨੰਦ ਥੀਆ। ਜਦੋਂ ਦਸੇ ਇੰਦਰੀਆਂ ਨੂੰ ਮਲਣਾ ਕੀਤਾ ਭਾਵ ਇਹਨਾਂ ਨੂੰ ਵਿਸ਼ਿਆਂ ਵੱਲੋਂ ਰੋਕ ਲਿਆ ਤਦੋਂ ਪਰਮੇਸ਼ਰ ਦੇ ਹੁਕਮ ਅਨੁਸਾਰ ਗਿਆਨ ਰੂਪੀ ਬਾਲਕ ਨੇ ਜਨਮ ਲੈਣਾ ਕੀਤਾ। ਜੋ ਪਹਿਲਾਂ ਅਗਿਆਨ ਕਰਕੇ ਗਮ ਸੀ ਉਹ ਗਿਆਨ ਹੋਣ ਕਰਕੇ ਨਾਸ ਹੋ ਗਿਆ ਅਤੇ ਹਿਰਦੇ ਵਿੱਚ ਵੱਡਾ ਭਾਰੀ ਬ੍ਰਹਮਾਨੰਦ ਪ੍ਰਾਪਤ ਹੋ ਗਿਆ। ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਪਾਵੇ। ਸਾਰੀਆਂ ਜਗਿਆਸੂ ਰੂਪ ਇਸ ਬਿਰਤੀਆਂ ਜਾਂ ਇੰਦਰੀਆਂ ਰੂਪ ਸਖੀਆਂ ਆਨੰਦ ਪੂਰਵਕ ਗੁਰਬਾਣੀ ਨੂੰ ਜਾਂ ਗੁਰੂ ਜੀ ਦੀ ਸਰੂਪ ਲਖਣਾ ਰੂਪ ਬਾਣੀ ਨੂੰ ਗਾ ਰਹੀਆਂ। ਜੋ ਸੱਚੇ ਸਾਹਿਬ ਪਰਮੇਸ਼ਰ ਦੇ ਮਨ ਵਿੱਚ ਪਾਉਂਦਾ ਹੈ
बदी वेल वो पीड़ी चाली, धर्म कला हर बंद बहाली। भगती रूप जा शुभ गुणा रूपी वेल बध गई, ਅਤੇ बहुत सारी संप्रदा रूपी पीढ़ी चल पई। भाव ज्ञानी तो अगे होर ज्ञानवान हो गए। हरि परमेश्वर ने धर्म की शक्ति भाव ज्ञान का स्वरूप हिरदे विच बन के इज्जत कर दिता। मन चिंदिया सतगुरु दिवाया, भये अचिंत एक लिव लाया। वाहिगुरु ने जगियासू नूं मन चिंदिया, भाव मन पाउंदा फल सतगुरु पासों दीवाना कीता है। अदैवत स्वरूप परमेश्वर विच बिरती लाउण करके जगियासू चिंता तो रहत होए हैं। ज्यों बालक पिता उपर करे वो मान, बोलाया बोलै गुर कै पाण। जिमें बालक अपने पिता उपर बहुत मान करता है, इयों जगियासू अपने सतगुरु साहिब उपर बहुत मान करता है। गुरु जी के भाने विच बुलाए हुए महावाकां नूं जगियासू बोलदा है। गुजी चन्नी नाही बात, गुरु नानक टूटा किन्नी दात। हे भाई, ये कोई गुजी छन्नी भाव लुकी छुपी हुई गल नहीं है। सतगुरु साहिब जी ने प्रसन्न होके ब्रह्म ज्ञान रूपी पुत्र की दात देना कीती है। आसा महला पंजवा। जिस वेले श्री गुरु हरगोबिंद साहिब जी नूं ताप चढ़िया सी, उस वेले श्री गुरु अर्जन देव जी ने शीश ते हाथ फेर के सतनाम वाहिगुरु कह के ताप उतार दिता सी। फिर संगतां दे पुछण तो कि साहिबजादे ठीक आन, तद सतगुरां ने शब्द उच्चारण किया, गुरपूरे राखियां दे हाथ, प्रगट पया माना जन का प्रताप। हे गुरसिखो, पूर्ण सतगुरु साहिब जी ने अपने अपना किरपा रूपी हाथ दे के रखना किया, जिस करके सेवक दा भी तेज प्रताप होर प्रगट हो गया है। गुर गुर जपी गुरु गुर ध्याई, जी की अरदास गुरु पै पाई। राव असी रसना करके गुरु गुरु जपदे हां, अते मन करके भी गुरु गुरु ध्याउंदे हां। गुरु नानक देव जी अते गुरु अंगद देव जी नूं जपदे हां। गुरु अमरदास जी अते गुरु रामदास जी नूं ध्याउंदे हां। गुरुआं दे गुरु परमेश्वर नूं जपदे हां ते चेतन स्वरूप परमेश्वर दे पूजनिक नाम नूं ही ध्याउंदे हां। अते अपने हिरदे दी अर्ज भी गुरु साहिब जी दे पास ही पाउंदे हां। शरण परे साचे गुरुदेवा, पूर्ण होई सेवक सेवा। असी सच्चे गुरु नानक देव जी दे ओट विच पए हां। साडे दासां दी जो टहल भाव भगती दी जां गुरता गद्दी दी ये आगे संसार विच कायम रखनी है। आद ओह पूरी हो गई है। टहल सेवा भगती दी जां गुरता गद्दी दी अगे संसार विच कायम रखनी है। आदो पूर्ण हो गई है। जियो पिंड जो बन राखै प्राण, कहो नानक गुर को कुरबान। हे भाई, जो जीवां नूं हिरदा पिंड पिंड कहा गया शरीर नूं, हिरदा शरीर जवानी अवस्था शोक अवस्था अते सुवास दे के रखिया करता है। सतगुरु जी कथन करते हैं कि मैं अपने गुरु साहिब जी ताई कुर्बान बलिहार जाता हाँ। आसा कर अठवा कापी महला पंजवा। एक ओंकार सतगुरु प्रसाद। मैं बंदा बै खरीद सच साहिब मेरा। हे वाहिगुरु, मैं तुहाडा बै खरीद
ਭਾਵ ਮੁੱਲ ਲਿਆ ਹੋਇਆ ਬੰਦਾ, ਭਾਵ ਦਾਸ ਹਾਂ ਅਤੇ ਤੂੰ ਸਾਡਾ ਸੱਚਾ ਮਾਲਕ ਹੈ। ਜੀਉ ਪਿੰਡ ਸਭ ਦਿਸਦਾ, ਸਭ ਕੁਛ ਹੈ ਤੇਰਾ। ਇਹ ਮਹਾਰਾਜ ਜਿਵੇਂ ਜਿੰਦ ਅਤੇ ਸਰੀਰ ਆਦਿ ਸਾਰਾ ਕੁਝ ਉਸੇ ਦਾ ਹੁੰਦਾ ਹੈ ਜਿਸ ਦੇ ਗੁਲਾਮ ਹੋਈਏ, ਤਿਵੇਂ ਮੇਰਾ ਵੀ ਸਾਰਾ ਕੁਝ ਤੁਹਾਡਾ ਹੀ ਹੈ। ਮਾਨ ਨਿਮਾਣੇ ਤੂੰ ਤਣੀ, ਤੇਰਾ ਪਰਵਾਸਾ। हे ਮਾਲਕ ਪਰਮੇਸ਼ਰ, ਤੁਸੀਂ ਮੈਨੂੰ ਮਾਣ ਤੋਂ ਹੀਣੇ ਨੂੰ ਸਤਿਕਾਰ ਬਖਸ਼ੋ। ਮੈਂ ਹਿਰਦੇ ਵਿੱਚ ਤੁਹਾਡਾ ਹੀ ਭਰੋਸਾ ਹੈ। ਬਿਨ ਸਾਚੇ ਅਨਟੇਕ ਹੈ, ਸੋ ਜਾਣੋ ਕਾਚਾ ਰਹਾਉ। ਜੋ ਸੱਚੇ ਪਰਮੇਸ਼ਰ ਤੋਂ ਬਗੈਰ ਕਿਸੇ ਹੋਰ ਦੀ ਓਟ ਲੈਂਦਾ ਹੈ, ਉਹ ਪੁਰਸ਼ ਕੱਚਾ ਜਾਣਨਾ ਕਰੋ। ਉਹ ਕੱਚਾ ਪੁਰਸ਼ ਹੈ ਜਿਹੜਾ ਪਰਮੇਸ਼ਰ ਤੋਂ ਬਗੈਰ ਕਿਸੇ ਹੋਰ ਦੀ ਓਟ ਲੈਂਦਾ ਹੈ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ। हे ਮਹਾਰਾਜ, ਤੁਹਾਡਾ ਆਦੇਸ਼ ਪ੍ਰਮਾਣ ਪਾਰਾਵਾਰ ਤੋਂ ਰਹਿਤ ਹੈ ਅਤੇ ਉਸ ਦਾ ਕੋਈ ਅਖੀਰ ਵੀ ਨਹੀਂ ਪਾ ਸਕਦਾ। ਜਿਸ ਗੁਰ ਪੂਰਾ ਪੇਟ ਸੀ, ਸੋ ਚਲੈ ਰਜਾਈ। ਪਰ ਜਿਸ ਨੂੰ ਪੂਰਨ ਗੁਰੂ ਸਾਹਿਬ ਜੀ ਮਿਲ ਪੈਂਦੇ ਹਨ, ਉਹ ਹੀ ਤੁਹਾਡੀ ਆਗਿਆ ਵਿੱਚ ਤੁਰਨ ਲੱਗ ਪੈਂਦਾ ਹੈ। ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈਐ। ਵਾਕਾਂ ਦੀ ਚਤੁਰਾਈ ਅਤੇ ਬੁੱਧੀ ਆਦਿ ਦੀਆਂ ਸਿਆਣਪਾਂ ਪਰਲੋਕ ਵਿੱਚ ਜੀਵ ਦੇ ਕਿਸੇ ਕੰਮ ਨਹੀਂ ਆਉਂਦੀਆਂ। ਟੁੱਟਾ ਸਾਹਿਬ ਜੋ ਦੇਵੈ, ਸੋਈ ਸੁਖ ਪਾਈਆ। ਮਾਲਕ ਪਰਮੇਸ਼ਰ ਪ੍ਰਸੰਨ ਹੋ ਕੇ ਜੋ ਬਖਸ਼ਿਸ਼ ਕਰ ਦੇਣਾ ਕਰੇ, ਉਸੇ ਵਿੱਚ ਆਨੰਦ ਪਾਉਣਾ ਕਰੀਏ। ਜੇ ਲੱਖ ਕਰਮ ਕਮਾਈਐ, ਕਿਛ ਪਵੈ ਨ ਬੰਦਾ। ਜੇਕਰ ਲੱਖਾਂ ਸਕਾਮ ਕਰਮਾਂ ਨੂੰ ਕਮਾਉਣਾ ਕਰੀਏ ਤਾਂ ਵੀ ਤ੍ਰਿਸ਼ਨਾ ਦੇ ਹੜ ਜਾਂ ਸੰਸਾਰ ਸਮੁੰਦਰ ਵਿੱਚ ਰੁੜੇ ਜਾਂਦੇ ਨੂੰ ਕੁਝ ਰੁਕਾਵਟ ਨਹੀਂ ਪੈਂਦੀ। ਜਨ ਨਾਨਕ ਕੀਤਾ ਨਾਮ ਧਰ, ਹੋਰ ਛੋੜਿਆ ਧੰਦਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਅਸੀਂ ਤਾਂ ਨਾਮ ਦਾ ਹੀ ਓਟ ਆਸਰਾ ਲੈਣਾ ਕੀਤਾ ਹੈ, ਹੋਰ ਸਾਰਾ ਧੰਦਾ ਛੱਡ ਦਿੱਤਾ ਹੈ। ਆਸਾ ਮਹੱਲਾ ਪੰਜਵਾ। ਸਰਬ ਸੁਖਾਂ ਮੈਂ ਪਾਲਿਆ, ਹਰ ਜੀਵੜ ਨਾ ਕੋਈ। ਮੈਂ ਸਾਰੇ ਸੁੱਖਾਂ ਨੂੰ ਖੋਜ ਕੇ ਵੇਖ ਲਿਆ ਹੈ, ਪਰੰਤੂ ਪਰਮੇਸ਼ਰ ਦੇ ਮਿਲਾਪ ਜਿੱਡਾ ਵੱਡਾ ਸੁਖ ਕੋਈ ਨਹੀਂ ਹੈ। ਗੁਰ ਟੁੱਟੇ ਤੇ ਪਾਈਐ, ਸਚ ਸਾਹਿਬ ਸੋਈ। ਉਹ ਸੱਚਾ ਮਾਲਕ ਪਰਮੇਸ਼ਰ ਸਤਿਗੁਰੂ ਸਾਹਿਬ ਜੀ ਦੇ ਪ੍ਰਸੰਨ ਹੋਣ ਤੋਂ ਹੀ ਪ੍ਰਾਪਤ ਕਰੀਦਾ ਹੈ। ਬਲਿਹਾਰੀ ਗੁਰ ਆਪਣੇ, ਸਦ ਸਦ ਕੁਰਬਾਨਾ। ਇਸ ਕਰਕੇ ਮੈਂ ਆਪਣੇ ਗੁਰੂ ਸਾਹਿਬ ਜੀ ਤੋਂ ਮਨ ਕਰਕੇ ਬਲਿਹਾਰੀ ਜਾਂਦੇ ਹਾਂ ਅਤੇ ਬਾਣੀ ਸਰੀਰ ਕਰਕੇ ਵੀ ਹਮੇਸ਼ਾ ਹਮੇਸ਼ਾ ਸਦਕੇ ਜਾਂਦੇ ਹਾਂ। ਤੇ ਨਾਮ ਨਾ ਵਿਸਰੋ ਇੱਕ ਖਿਨ ਚਸਾ, ਇਹੋ ਕੀ ਜੈਦਾ ਨਾ। ਆਪਣੇ ਗੁਰੂ ਤੋਂ ਇਹ ਮੰਗਦੇ ਹਾਂ ਕਿ ਇਹ ਸਤਿਗੁਰੂ ਜੀ ਮੈਨੂੰ ਇੱਕ ਛਿਨ ਮਾਤਰ ਅਤੇ ਇੱਕ ਚਸਾ ਮਾਤਰ ਸਮਾਂ ਵੀ ਪਰਮੇਸ਼ਰ ਦਾ ਨਾਮ ਨਾ ਭੁੱਲੇ। ਇਹੋ ਹੀ ਮੈਨੂੰ ਦਾਨ ਦੇਣਾ ਕਰੋ। ਭਾਗਠ ਸੱਚੇ ਸੋਏ ਹੈ, ਜਿਸ ਹਰ ਤਨ ਅੰਤਰ। ਉਹ ਹੀ ਸੱਚਾ ਭਾਗਾਂ ਵਾਲਾ ਸ਼ਾਹੂਕਾਰ ਹੈ, ਜਿਸ ਦੇ ਹਿਰਦੇ ਅੰਦਰ ਹਰੀ ਦਾ ਨਾਮ ਰੂਪੀ ਧਨ ਹੈ। ਸੋ ਛੂਟੈ ਮਹਾਜਾਲ ਤੇ, ਜਿਸ ਗੁਰ ਸ਼ਬਦ ਨਿਰੰਤਰ। ਉਹ ਹੀ ਕਾਲ ਮੋਹ ਦੇ ਮਹਾਨ ਜਾਲ ਤੋਂ ਛੁੱਟਦਾ ਹੈ, ਜਿਸ ਦੇ ਅੰਦਰ ਲਗਾਤਾਰ ਇੱਕ ਰਸ ਗੁਰੂ ਜੀ ਦਾ ਉਪਦੇਸ਼ ਵਸਦਾ ਹੈ।
गुर की महिमा क्या कहा, गुर विवेक सत सारा। मैं सतगुरु साहब जी की उस्तति नूं की आखां जां कितों तक कहना करा। गुरु साहब जी तां ज्ञान दे सच्चे सरोवर हैं, विवेक दे भी ते सत संतोख आदि गुणा दे सरोवर हैं। ओ आदि जुगादी जुगै जुग पूरा परमेश्वर। ओ गुरु जी काल दे भी मुढ़, जुगां दे भी आद तो फिर जुगा जुगा जुगां विच वस रहे पूर्ण परमेश्वर परमात्मा दा रूप आना। नाम ते आवो सदा सद सदा, हर हर मन रंगे। अपने हिरदे नूं हरि परमेश्वर दे प्रेम विच रंग के सद सदा भाव हमेशा हमेशा नाम नूं ध्याता कर विनती करके ध्याना करो। जियो प्राण तन गुरु है नानक कै संगे। सतगुरु जी कथन करते हैं कि साडा हिरदा जिंदगी सवास अते रोकड़ी गुरु जी ने ही हैं। ਉਹੀ ਸਾਡੇ ਜਨਾਂ ਦੇ ਸਾਥ अंग संग हैं। गुरु तो इलावा जीव नूं परमेश्वर नाल कोई नहीं मिला सकता। तुसीं भावें कोई भी काम कर लो, हर एक काम दे लई गुरु उस्ताद धारना जरूरी है। भावें पढ़ाई करनी है, भावें कोई काम सीखना है, जिहड़ा पढ़ाई कराउंदा है वो ज्ञान बख्शदा वो भी गुरु है। जिहड़ा काम सिखाउंदा है वो भी गुरु है। गुरु बिना रस्ता प्राप्त नहीं होता। सो भाई टेक गुरु ते रखो, नाम परमेश्वर दा जपो, फिर ही इस कलयुग तो भवसागर तो पार उतारा हो सकता है। आओ इन्हीं बेनतियां प्रवान करनिया गुरबाणी की व्याख्या करदिया होया एक नहीं अनेकां प्रकार दीयां भुलां त्रुटियां हो जांदियां। साध संगत गुरु महाराज बख्शे होगन बख्श रहना जी। सो गुरु घर आया करो, सेवा करया करो, सिमरन करया करो, फिर ही भवसागर कलयुग तो पार उतारा हो सकता है। सलोक पावन गुरु पाणी पिता माता तरत माता देव सुराज दोए दाई दाया किलै सगल जगत चंगियाइयां बुराइयां वाचै धर्म अधूरा धर्मी अबू अपनी गिरण के दूर जिन्नी नाम ते आया गए मशक्कत काल नानक दे मुख उजरे खेती छुट्टी नाल। वाहिगुरू जी का खालसा वाहिगुरू जी